ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਸਾਊਦੀ ਅਰਬ ਵਰਕ ਵੀਜ਼ਾ ਪ੍ਰਣਾਲੀ ਵਿੱਚ ਫਿਰ ਕਰੇਗਾ ਵੱਡਾ ਬਦਲਾਅ, ਭਾਰਤੀਆਂ ਲਈ ਵਧੀਆਂ ਮੁਸ਼ਕਿਲਾਂ। ਅਮਰੀਕਾ 'ਚ ਕਿਵੇਂ ਮਿਲਦੀ ਹੈ ਸਰਕਾਰੀ ਨੌਕਰੀ, ਦੱਸਾਂਗੇ ਵਿਸਥਾਰ ਦੇ ਵਿੱਚ। ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਦੇ ਲਈ 2856 ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ ਗਏ ਵੀਜ਼ਾ, ਪਾਕਿਸਤਾਨ ਹਾਈ ਕਮਿਸ਼ਨ। ਅਮਰੀਕਾ 'ਚ ਰਹਿੰਦੇ ਸਭ ਤੋਂ ਵੱਧ ਭਾਰਤੀ। ਸ਼ੈਂਗਨ ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਕਾਰਨ ਭਾਰਤੀ ਸੈਲਾਨੀ ਹੋਏ ਪ੍ਰਭਾਵਿਤ। ਕੈਨੇਡਾ ਤੋਂ ਅਮਰੀਕਾ 'ਚ ਬੰਦੇ ਭੇਜਣ ਦਾ ਦੋਸ਼ੀ ਕਾਬੂ। ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ 'ਚ ਕੀਤਾ ਪ੍ਰਦਰਸ਼ਨ। ਕੈਨੇਡਾ ਅੰਤਰਰਾਸ਼ਟਰੀ ਨਰਸਾਂ ਤੇ ਕੰਪਾਊਂਡਰਾਂ ਦੇ ਲਈ ਅਲਬਰਟਾ ਸਰਕਾਰ ਵੱਲੋਂ ਵੱਡੀ ਰਾਹਤ। ਹੁਣ ਸਸਤੇ ਰੇਟਾਂ ਤੇ ਫਲਾਈਟ ਬੁੱਕ ਕਰਵਾਏਗਾ ਗੂਗਲ। ਕੋਰੋਨਾ ਦਾ ਕਹਿਰ, ਕਈ ਸੂਬਿਆਂ 'ਚ ਮਾਸਕ ਲਾਜ਼ਮੀ, ਯੂਪੀ 'ਚ ਹਰ ਅੰਤਰਰਾਸ਼ਟਰੀ ਯਾਤਰੀ ਦਾ ਟੈਸਟ ਜ਼ਰੂਰੀ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਦੁਨੀਆ ਦੇ ਸਭ ਤੋਂ ਵੱਡੇ ਇਸਲਾਮਿਕ ਦੇਸ਼ ਸਾਊਦੀ ਅਰਬ ਦੀ ਸਰਕਾਰ ਆਪਣੀ ਵਰਕ ਵੀਜ਼ਾ ਸਿਸਟਮ ਦੇ ਵਿੱਚ ਬਦਲਾਅ ਕਰਨ ਜਾ ਰਹੀ ਹੈ। ਉੱਥੇ ਬਣੇ ਨਵੇਂ ਵੀਜ਼ਾ ਨਿਯਮ ਕਾਰਨ ਭਾਰਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਰਬ ਪ੍ਰਾਇਦੀਪ ਵਿੱਚ ਹਜ਼ਾਰਾਂ ਭਾਰਤੀ ਵਰਕ ਵੀਜ਼ਾ ਰਾਹੀਂ ਰਹਿੰਦੇ ਨੇ ਅਤੇ ਬਹੁਤ ਸਾਰੇ ਭਾਰਤੀ ਰੋਜ਼ਾਨਾ ਦੇ ਆਧਾਰ ਤੇ ਉੱਥੇ ਜਾਂਦੇ ਨੇ। ਗਜ਼ਟ ਆਫ ਕਿੰਗਡਮ ਆਫ ਸਾਊਦੀ ਅਰਬ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਊਦੀ ਸਰਕਾਰ ਨੇ ਹੁਨਰ ਆਧਾਰਿਤ ਭਰਤੀ ਲਈ ਨਵੇਂ ਨਿਯਮ ਪੇਸ਼ ਕੀਤੇ ਨੇ। ਉੱਥੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲਾ ਨੇ ਕੁਝ ਖੇਤਰਾਂ ਵਿੱਚ ਨਵੀਂ ਭਰਤੀ ਦੇ ਲਈ 3 ਹੁਨਰ ਪੱਧਰ ਬਣਾਏ ਨੇ। ਇਹਨਾਂ ਤਬਦੀਲੀਆਂ ਦਾ ਉਦੇਸ਼ ਸਾਊਦੀ ਬਾਜ਼ਾਰ ਵਿੱਚ ਹੁਨਰਮੰਦ ਕਾਮਿਆਂ ਦੀ ਪੇਸ਼ੇਵਰ ਯੋਗਤਾ ਨੂੰ ਸੁਧਾਰਨਾ ਹੈ, ਨਾਲ ਹੀ ਉਤਪਾਦਕਾਂ ਨੂੰ ਵਧਾਉਣਾ ਅਤੇ ਘਟਾਉਣਾ ਹੈ। ਅਯੋਗ ਕਾਮਿਆਂ ਦੇ ਪ੍ਰਵਾਹ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰਕੇ ਕੀਤਾ ਗਿਆ ਹੈ। ਸਾਊਦੀ ਸਕਿਲਡ ਵਰਕ ਵੀਜ਼ਾ ਔਰ ਪ੍ਰਸਤਾਵਤ ਪੱਧਰ ਨੂੰ ਕੁਝ ਹਿੱਸਿਆਂ ਦੇ ਵਿੱਚ ਵੀ ਵੰਡਿਆ ਗਿਆ ਹੈ, ਜਿਵੇਂ ਹਾਈ, ਮੀਡੀਅਮ ਅਤੇ ਲੋ। ਨਾਲ ਦੇ ਨਾਲ ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਊਦੀ ਸਰਕਾਰ ਨੇ ਹੁਨਰਮੰਦ ਕਾਮਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੰਮ ਕਰਨ ਦੇ 3 ਤਰੀਕਿਆਂ ਤੇ ਵਿਚਾਰ ਕੀਤਾ ਅਤੇ ਅੰਤਰਰਾਸ਼ਟਰੀ ਰੁਝਾਨਾਂ ਨਾਲ ਉਹਨਾਂ ਦੀ ਤੁਲਨਾ ਕੀਤੀ। ਸਾਊਦੀ ਅਰਬ ਦੇ ਵਿੱਚ ਭਾਰਤੀ ਪ੍ਰਣਾਲੀ ਦੇ ਵਿਸ਼ਲੇਸ਼ਣ ਤੋਂ ਬਾਅਦ ਆਊਟਪੁੱਟ ਇਸ ਤਰ੍ਹਾਂ ਸਾਹਮਣੇ ਆਉਂਦੇ ਨੇ, ਜਿਸ ਦੇ ਵਿੱਚ ਲਾਗੂ ਕਰਨ ਦੀ ਯੋਜਨਾ, ਵਿਸਤ੍ਰਿਤ ਪ੍ਰੋਜੈਕਟ, ਚਾਰਟਰ, ਕਾਰਜਸ਼ੀਲ ਮਾਡਲ, ਪ੍ਰਦਰਸ਼ਨ ਸੂਚਕ, ਭਾਰਤੀ ਪ੍ਰਬੰਧਨ। ਇਹਨਾਂ ਸਭ ਤੇ ਸਾਊਦੀ ਅਰਬ ਨਵੇਂ ਨਿਯਮ ਤਹਿਤ ਵੀਜ਼ਾ ਜਾਰੀ ਕਰ ਸਕਦਾ ਹੈ। ਇਸ ਸਾਲ ਦੇ ਸ਼ੁਰੂ ਦੇ ਵਿੱਚ ਮਨੁੱਖੀ ਸੰਸਾਧਨ ਅਤੇ ਸਮਾਜਿਕ ਵਿਕਾਸ ਮੰਤਰਾਲਾ ਨੇ ਆਪਣੇ ਹੁਨਰ ਤਸਦੀਕ ਪ੍ਰੋਗਰਾਮ ਦਾ ਪਹਿਲਾ ਪੜਾਅ ਸ਼ੁਰੂ ਕੀਤਾ, ਜਿਸ ਤਹਿਤ ਹੁਨਰਮੰਦ ਕਾਮਿਆਂ ਦੀ ਪ੍ਰੈਕਟੀਕਲ ਅਤੇ ਲਿਖਤੀ ਪ੍ਰਕਿਰਿਆ ਲਈ ਜਾਏਗੀ, ਜਿਸ ਦੇ ਆਧਾਰ ਤੇ ਉਹ ਸਾਊਦੀ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ। ਸ਼ੁਰੂਆਤੀ ਪੜਾਅ ਦੇ ਵਿੱਚ ਪਲੰਬਰ, ਇਲੈਕਟ੍ਰੀਸ਼ੀਅਨ, ਵੈਲਡਰ, ਆਟੋਮੋਬਾਈਲ ਇਲੈਕਟ੍ਰੀਸ਼ੀਅਨ ਅਤੇ ਰੈਫਰੀਜਰੇਸ਼ਨ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਸਮੇਤ 5 ਟ੍ਰੇਡਾਂ ਨੂੰ ਹੁਨਰ ਟੈਸਟ ਲਈ ਚੁਣਿਆ ਜਾਏਗਾ। ਇਸ ਪ੍ਰੋਗਰਾਮ ਦਾ ਪਹਿਲਾ ਪੜਾਅ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਗਰਾਮ ਇਸ ਗੱਲ ਦੀ ਤਸਦੀਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀਗਾ ਕਿ ਦੇਸ਼ ਦੇ ਸਾਰੇ ਹੁਨਰਮੰਦ ਕਾਮਿਆਂ ਦੇ ਕੋਲ ਉਸ ਨੌਕਰੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦੇ ਹੁਨਰ ਨੇ, ਜਿਸ ਲਈ ਉਹਨਾਂ ਨੂੰ ਭਰਤੀ ਕੀਤਾ ਗਿਆ ਸੀ। ਅੱਜ ਭਾਰਤ ਵਿੱਚ ਸਰਕਾਰੀ ਨੌਕਰੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ, ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਸਰਕਾਰੀ ਨੌਕਰੀਆਂ ਨੂੰ ਲੈ ਕੇ ਅਜਿਹਾ ਕ੍ਰੇਜ਼ ਦੇਖਣ ਨੂੰ ਮਿਲੇ। ਅਮਰੀਕਾ ਵਰਗੇ ਦੇਸ਼ ਜੋ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਨੇ, ਇੱਥੇ ਵੀ ਲੋਕਾਂ ਵਿੱਚ ਸਰਕਾਰੀ ਨੌਕਰੀਆਂ ਲਈ ਉਨਾ ਕ੍ਰੇਜ਼ ਨਜ਼ਰ ਨਹੀਂ ਹੈ ਜਿੰਨਾ ਭਾਰਤ ਵਿੱਚ। ਦਰਅਸਲ ਇਸ ਦੇ ਪਿੱਛੇ ਕਈ ਕਾਰਨ ਨੇ। ਅਮਰੀਕਾ ਇੱਕ ਵਿਕਸਿਤ ਦੇਸ਼ ਹੈ ਅਤੇ ਇੱਥੇ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਚੰਗੀ ਅਤੇ ਮੋਟੀ ਤਨਖਾਹ ਮਿਲ ਜਾਂਦੀ ਹੈ, ਜਦੋਂ ਕਿ ਇੱਕ ਸਰਕਾਰੀ ਨੌਕਰੀ ਦੇ ਵਿੱਚ ਤੁਹਾਨੂੰ ਇੱਕ ਨਿਸ਼ਚਿਤ ਤਨਖਾਹ ਮਿਲਦੀ ਹੈ ਤੇ ਤੁਹਾਨੂੰ ਹਰ ਸਾਲ ਜੋ ਮੁਲਾਂਕਣ ਮਿਲਦਾ ਹੈ ਉਹ ਵੀ ਪ੍ਰਾਈਵੇਟ ਸੈਕਟਰ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਉੱਥੇ ਭਾਰਤ ਵਿੱਚ ਇਸ ਦੇ ਉਲਟ ਹੈ। ਇੱਥੇ ਪ੍ਰਾਈਵੇਟ ਸੈਕਟਰ ਵਿੱਚ ਕੁਝ ਹੀ ਨੌਕਰੀਆਂ ਨੇ ਜਿੱਥੇ ਤੁਹਾਨੂੰ ਚੰਗੀ ਤਨਖਾਹ ਮਿਲਦੀ ਹੈ, ਬਾਕੀ ਪ੍ਰਾਈਵੇਟ ਨੌਕਰੀਆਂ 'ਚ ਤੁਹਾਨੂੰ ਦਿਹਾੜੀਦਾਰ ਮਜ਼ਦੂਰ ਨਾਲੋਂ ਘੱਟ ਤਨਖਾਹ ਵੀ ਮਿਲਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਵਰਗੇ ਦੇਸ਼ ਵਿੱਚ ਲੋਕ ਨਿੱਜੀ ਖੇਤਰ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਨਹੀਂ ਸਮਝਦੇ। ਇਹੀ ਕਾਰਨ ਹੈ ਕਿ ਇੱਥੋਂ ਦੇ ਨੌਜਵਾਨ ਸਰਕਾਰੀ ਨੌਕਰੀਆਂ ਦੇ ਪਿੱਛੇ ਲੱਗੇ ਰਹਿੰਦੇ ਨੇ। ਭਾਰਤ ਦੀ ਤਰ੍ਹਾਂ ਅਮਰੀਕਾ ਵਿੱਚ ਵੀ ਸਰਕਾਰੀ ਨੌਕਰੀ ਹਾਸਲ ਕਰਨ ਦੇ ਲਈ ਲੰਬੀ ਪ੍ਰਕਿਰਿਆ ਚੋਂ ਲੰਘਣਾ ਪੈਂਦਾ ਹੈ। ਅਮਰੀਕਾ 'ਚ 3 ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਨੇ, ਲੋਕਲ, ਸਟੇਟ ਅਤੇ ਫੈਡਰਲ। ਤੁਸੀਂ ਜੋ ਵੀ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਚੁਣ ਸਕਦੇ ਹੋ। ਅਮਰੀਕਾ 'ਚ ਕੁਝ ਖਾਸ ਨੌਕਰੀਆਂ ਦੇ ਲਈ ਤੁਹਾਨੂੰ ਸਿਵਲ ਸੇਵਾ ਪ੍ਰੀਖਿਆ ਪਾਸ ਕਰਨੀ ਪਏਗੀ। ਇਸ ਤੋਂ ਬਾਅਦ ਹੀ ਤੁਸੀਂ ਇਹਨਾਂ ਵਿਸ਼ੇਸ਼ ਸਰਕਾਰੀ ਨੌਕਰੀਆਂ ਦੇ ਦਾਇਰੇ ਵਿੱਚ ਆਉਂਦੇ ਹੋ। ਇਸ ਲਈ ਅਮਰੀਕਾ ਦੇ ਸਿਵਲ ਸਰਵਿਸ ਕਮਿਸ਼ਨ ਦੁਆਰਾ ਇੱਕ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਪੂਰੇ ਅਮਰੀਕਾ ਤੋਂ ਨੌਜਵਾਨ ਹਿੱਸਾ ਲੈਂਦੇ ਨੇ। ਜੇਕਰ ਤੁਸੀਂ ਅਮਰੀਕਾ 'ਚ ਜਾਣਾ ਚਾਹੁੰਦੇ ਹੋ,
ਉੱਥੇ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ USA ਜੌਬਸ ਤੇ ਇੱਕ ਪ੍ਰੋਫਾਈਲ ਬਣਾਉਣੀ ਪਏਗੀ। ਇਹ ਅਮਰੀਕੀ ਸਰਕਾਰੀ ਨੌਕਰੀਆਂ ਲਈ ਇੱਕ ਨੌਕਰੀ ਦੀ ਵੈਬਸਾਈਟ ਹੈ। ਤੁਸੀਂ ਇੱਥੇ ਪ੍ਰੋਫਾਈਲ ਬਣਾਉਣ ਤੋਂ ਬਾਅਦ ਹੀ ਕਿਸੇ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਸਕਦੇ ਹੋ। ਇਸ ਵੈਬਸਾਈਟ ਤੇ ਤੁਹਾਨੂੰ ਅਮਰੀਕਾ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਮਿਲੇਗੀ ਔਰ ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਆਪਣੇ ਲਈ ਨੌਕਰੀ ਦੀ ਚੋਣ ਕਰ ਸਕਦੇ ਹੋ। ਇਸ ਲਈ ਅਪਲਾਈ ਕਰੋ। ਅਪਲਾਈ ਕਰਨ ਤੋਂ ਬਾਅਦ ਜੇਕਰ ਉਹ ਨੌਕਰੀ ਯੋਗਤਾ ਦੇ ਆਧਾਰ ਤੇ ਉਪਲਬਧ ਹੈ ਤਾਂ ਤੁਹਾਨੂੰ ਉਹ ਪ੍ਰਕਿਰਿਆ ਮਿਲੇਗੀ, ਨਹੀਂ ਤਾਂ ਤੁਹਾਨੂੰ ਉਸ ਨੌਕਰੀ ਲਈ ਪ੍ਰਤੀਯੋਗੀ ਪ੍ਰੀਖਿਆ ਦੇਣੀ ਪਏਗੀ। ਇਸ ਨੂੰ ਪਾਸ ਕਰਨ ਤੋਂ ਬਾਅਦ ਹੀ ਤੁਹਾਨੂੰ ਉਹ ਨੌਕਰੀ ਮਿਲੇਗੀ। ਪਾਕਿਸਤਾਨ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ 9 ਤੋਂ 18 ਅਪ੍ਰੈਲ ਤੱਕ ਵਿਸਾਖੀ ਦੇ ਤਿਉਹਾਰ ਦੇ ਨਾਲ ਸੰਬੰਧਿਤ ਸਾਲਾਨਾ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਤੋਂ 2856 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਹਾਈ ਕਮਿਸ਼ਨ ਨੇ ਦੱਸਿਆ ਕਿ ਇਹ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਦੁਵੱਲੇ ਪ੍ਰੋਟੋਕੋਲ ਦੇ ਪ੍ਰਬੰਧਨਾਂ ਦੇ ਤਹਿਤ ਪਾਕਿਸਤਾਨ ਜਾਂਦੇ ਨੇ। ਇਸ ਪ੍ਰੋਟੋਕੋਲ ਤਹਿਤ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਵੀ ਭਾਰਤ ਆਉਂਦੇ ਨੇ। ਪਾਕਿਸਤਾਨ ਹਾਈ ਕਮਿਸ਼ਨ ਨੇ ਇੱਕ ਬਿਆਨ 'ਚ ਕਿਹਾ, ਵਿਸਾਖੀ ਦੇ ਤਿਉਹਾਰ ਮੌਕੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ 9 ਤੋਂ 18 ਅਪ੍ਰੈਲ ਤੱਕ ਪਾਕਿਸਤਾਨ 'ਚ ਹੋਣ ਵਾਲੇ ਸਾਲਾਨਾ ਸਮਾਗਮਾਂ 'ਚ ਹਿੱਸਾ ਲੈਣ ਦੇ ਲਈ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 2856 ਵੀਜ਼ਾ ਜਾਰੀ ਕੀਤੇ ਨੇ। ਬਹੁਤ ਸਾਰੇ ਲੋਕ ਦੇਸ਼ ਤੋਂ ਬਾਹਰ ਸੈਟਲ ਹੋਣ ਦੀ ਇੱਛਾ ਰੱਖਦੇ ਨੇ, ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਭਾਰਤ ਤੋਂ ਸਭ ਤੋਂ ਵੱਧ ਲੋਕ ਕਿਸ ਦੇਸ਼ ਵਿੱਚ ਜਾਂਦੇ ਨੇ? ਚੋਟੀ ਦੇ 10 ਦੇਸ਼ ਕਿਹੜੇ ਨੇ ਜਿੱਥੇ ਭਾਰਤੀ ਸਭ ਤੋਂ ਵੱਧ ਰਹਿਣਾ ਪਸੰਦ ਕਰਦੇ ਨੇ? ਦੱਸ ਦਈਏ ਕਿ ਕੁਵੈਤ ਇਸ ਵਿੱਚ 10ਵੇਂ ਨੰਬਰ ਤੇ ਹੈ ਔਰ ਲੱਖਾਂ ਭਾਰਤੀ ਅਮਰੀਕਾ ਜਾਣ ਦੀ ਇੱਛਾ ਰੱਖਦੇ ਨੇ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉੱਥੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੀ ਉਪਲਬਧਤਾ। ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ 'ਚ 46 ਲੱਖ ਤੋਂ ਵੱਧ ਭਾਰਤੀ ਰਹਿੰਦੇ ਨੇ। ਦੂਜੇ ਨੰਬਰ ਤੇ ਸੰਯੁਕਤ ਅਰਬ ਅਮੀਰਾਤ ਹੈ ਜਿੱਥੇ ਭਾਰਤ ਦੇ 31,05,000 ਲੋਕ ਰਹਿੰਦੇ ਨੇ। ਤੀਸਰੇ ਨੰਬਰ ਤੇ ਮਲੇਸ਼ੀਆ ਆਉਂਦਾ ਹੈ ਜਿੱਥੇ ਲਗਭਗ 30 ਲੱਖ ਭਾਰਤੀ ਰਹਿੰਦੇ ਨੇ। ਚੌਥੇ ਨੰਬਰ ਤੇ ਰਹਿਣ ਵਾਲੇ ਖਾੜੀ ਦੇਸ਼ਾਂ 'ਚ ਇੱਕ ਸਊਦੀ ਅਰਬ 'ਚ 2,08,000 ਮਿਲੀਅਨ ਤੋਂ ਵੱਧ ਲੋਕ ਰਹਿੰਦੇ ਨੇ ਔਰ ਮਿਆਂਮਾਰ ਵਿੱਚ ਸੂਚੀ ਜਿਹੜੀ ਹੈ ਉਹ 5ਵੇਂ ਨੰਬਰ ਤੇ ਹੈ ਜਿੱਥੇ 20,08,000 ਲੋਕ ਰਹਿੰਦੇ ਨੇ। ਭਾਰਤ ਵਿੱਚ ਬਹੁਤ ਸਾਰੇ ਲੋਕ ਯੂਕੇ ਜਾਣ ਦੀ ਇੱਛਾ ਰੱਖਦੇ ਨੇ। ਇਹੀ ਕਾਰਨ ਹੈ ਕਿ ਇੱਥੇ 18,30,000 ਭਾਰਤੀ ਵਸੇ ਹੋਏ ਨੇ। ਇਸ ਕਾਰਨ ਉਹ ਸੂਚੀ 6ਵੇਂ ਨੰਬਰ ਤੇ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸ੍ਰੀਲੰਕਾ ਵਰਗੇ ਦੇਸ਼ਾਂ ਦੇ ਵਿੱਚ ਵੀ 16 ਲੱਖ ਭਾਰਤੀ ਰਹਿੰਦੇ ਨੇ। ਇਹੀ ਕਾਰਨ ਹੈ ਕਿ ਇਹ ਦੇਸ਼ 7ਵੇਂ ਨੰਬਰ ਤੇ ਆਉਂਦਾ ਹੈ। ਦੱਖਣੀ ਅਫਰੀਕਾ ਦੇ ਵਿੱਚ ਭਾਰਤੀਆਂ ਦੀ ਗਿਣਤੀ 15 ਲੱਖ ਤੋਂ ਵੱਧ ਹੈ ਜੋ ਕਿਸੇ ਵੀ ਦੇਸ਼ ਵਿੱਚ ਵਸਣ ਵਾਲੇ ਭਾਰਤੀਆਂ ਦੀ ਸੂਚੀ 'ਚ 8ਵੇਂ ਨੰਬਰ ਤੇ ਹੈ। ਕੈਨੇਡਾ ਤੇ ਕੁਵੈਤ 9ਵੇਂ ਤੇ 10ਵੇਂ ਸਥਾਨ ਤੇ ਨੇ ਜਿੱਥੇ ਕ੍ਰਮਵਾਰ 10,16,000 ਅਤੇ 9,30,000 ਲੋਕ ਰਹਿੰਦੇ ਨੇ। ਕੋਵਿਡ ਤਾਲਾਬੰਦੀ ਹਟਣ ਤੋਂ ਬਾਅਦ ਵਿਦੇਸ਼ ਘੁੰਮਣ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਵਿੱਚ ਯੂਰਪੀ ਦੇਸ਼ ਵੀ ਸ਼ਾਮਲ ਨੇ। ਸੈਰ ਸਪਾਟਾ ਲਈ ਲੋਕ ਜ਼ਿਆਦਾਤਰ ਸ਼ੈਂਗਨ ਵੀਜ਼ਾ ਦੀ ਵਰਤੋਂ ਕਰਦੇ ਨੇ, ਪਰ ਸ਼ੈਂਗਨ ਖੇਤਰ 'ਚ ਸ਼ਾਮਲ 27 ਯੂਰੋਪੀਅਨ ਦੇਸ਼ਾਂ 'ਚ ਵੀਜ਼ਾ ਪ੍ਰੋਸੈਸਿੰਗ ਦੇਰੀ ਦੇ ਨਤੀਜੇ ਵਜੋਂ ਭਾਰਤੀ ਸੈਲਾਨੀਆਂ ਦੀਆਂ ਲੰਬਿਤ ਅਰਜ਼ੀਆਂ ਵੀ ਮਹੱਤਵਪੂਰਨ ਉਹਨਾਂ 'ਚ ਵਾਧਾ ਹੋਇਆ। ਇਸ ਕਾਰਨ ਅਜਿਹੇ ਭਾਰਤੀ ਨਿਰਾਸ਼ ਹੋ ਰਹੇ ਨੇ ਜੋ ਗਰਮੀਆਂ ਤੋਂ ਬਚਣ ਦੇ ਲਈ ਪ੍ਰਸਿੱਧ ਸਥਾਨਾਂ ਦਾ ਦੌਰਾ ਕਰਨ ਦੀ ਉਮੀਦ ਕਰ ਰਹੇ ਨੇ, ਜਦੋਂ ਕਿ ਕੁਝ ਟਰੈਵਲ ਆਪਰੇਟਰਾਂ ਨੇ ਵੀਜ਼ਾ ਪ੍ਰੋਸੈਸਿੰਗ ਕੰਪਨੀਆਂ ਜਿਵੇਂ ਕਿ BFS ਗਲੋਬਲ ਅਤੇ BLS ਇੰਟਰਨੈਸ਼ਨਲ ਨੂੰ ਦੇਰੀ ਲਈ ਜ਼ਿੰਮੇਵਾਰ ਠਹਿਰਾਇਆ। ਦੂਜਿਆਂ ਨੇ ਕਿਹਾ ਕਿ ਯੂਰੋਪੀਅਨ ਦੂਤਘਰ ਭਾਰਤੀਆਂ ਦੀ ਵਿਦੇਸ਼ ਯਾਤਰਾ ਕਰਨ ਦੀ ਵੱਧ ਰਹੀ ਮੰਗ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਹੇ। ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ 'ਚ ਵਾੜਨ ਦੇ ਦੋਸ਼ਾਂ 'ਚ ਬਰੈਂਪਟਨ ਵਾਸੀ ਸਿਮਰਨਜੀਤ ਸਿੰਘ ਉਰਫ ਸ਼ੈਲੀ ਸਿੰਘ ਪੁਲਿਸ ਦੇ ਹੱਥ ਆਇਆ, ਜਿਸ ਨੂੰ ਓਨਟਾਰੀਓ 'ਚ ਅਦਾਲਤੀ ਕਾਰਵਾਈ ਤੋਂ ਬਾਅਦ ਬੀਤੇ ਦਿਨ ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕੀ ਪੁਲਿਸ ਦੇ ਹਵਾਲੇ ਕੀਤਾ, ਜਿੱਥੇ ਉਸ ਨੂੰ ਬੀਤੇ ਬੁੱਧਵਾਰ ਅਮਰੀਕੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਸਿਮਰਨਜੀਤ 2010 ਤੋਂ ਕੈਨੇਡਾ 'ਚ ਸੀ, ਜਿੱਥੇ ਸ਼ਰਨਾਰਥੀ ਕੇਸ ਰੱਦ ਹੋਣ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਹੋਇਆ ਸੀ, ਪਰ ਇਸ ਦੌਰਾਨ ਉਸਨੇ ਵਿਦੇਸ਼ੀਆਂ ਨੂੰ ਸਰਹੱਦ ਪਾਰ ਕਰਵਾਉਣ ਦੇ ਧੰਦੇ 'ਚ ਹੱਥ ਰੰਗਣੇ ਸ਼ੁਰੂ ਕੀਤੇ। ਦਸਤਾਵੇਜ਼ਾਂ ਦੇ ਮੁਤਾਬਕ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ 1000 ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ 'ਚ ਲੰਘਾ ਚੁੱਕਾ ਹੈ। ਇਸ ਕੇਸ ਵਿੱਚ ਇੱਕ ਪ੍ਰਵਾਸੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸਨੇ ਅਮਰੀਕਾ ਜਾਣ ਦੇ ਲਈ $35,000 ਦਿੱਤੇ ਨੇ। 2023 ਦੇ ਹੁਣ ਤੱਕ ਬੀਤੇ 95 ਦਿਨਾਂ 'ਚ ਕਿਊਬੈਕ ਦੇ ਇੱਕ ਸਰਹੱਦੀ ਲਾਂਘੇ ਨੇੜਿਓਂ ਲੁਕ ਛਿਪਾ ਕੇ ਨਿਊਯਾਰਕ ਜਾਣ ਦੀ ਤਾਕ ਵਿੱਚ ਪੁਲਿਸ ਨੇ 80 ਤੋਂ ਵੱਧ ਵਿਦੇਸ਼ੀ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ 'ਚ ਬਹੁਤੀ ਗਿਣਤੀ ਭਾਰਤ ਅਤੇ ਰੋਮਾਨੀਆ ਦੇ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ।
ਜਾਲੀ ਆਫਰ ਲੈਟਰਾਂ ਕਾਰਨ ਕੈਨੇਡਾ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸੈਂਕੜੇ ਵਿਦਿਆਰਥੀਆਂ ਨੇ ਆਪਣੇ ਦੇਸ਼ ਨਿਕਾਲੇ ਵਿਰੁੱਧ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਲਗਾਤਾਰ ਕਈ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਇਹ ਜਾਲੀ ਆਫਰ ਲੈਟਰ ਜਲੰਧਰ ਦੇ ਇੱਕ ਟਰੈਵਲ ਏਜੰਟ ਅਤੇ ਉਸਦੇ ਸਾਥੀਆਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਦਿੱਤੇ ਗਏ ਸੀ। ਇਸ ਦੇ ਲਈ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲੇ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਲਗਾਤਾਰ ਕਹਿਣਾ ਹੈ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੈਨੇਡੀਅਨ ਅਥਾਰਟੀ ਨੂੰ ਜਾਲੀ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਬਾਰੇ ਕਿਵੇਂ ਪਤਾ ਲੱਗਾ, ਜਦੋਂ ਕਿ ਦੂਤਘਰ ਉਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ ਸਟੱਡੀ ਵੀਜ਼ਾ ਜਾਰੀ ਕਰਨ ਸਮੇਂ ਇਸ ਦਾ ਪਤਾ ਕਿਉਂ ਨਹੀਂ ਸੀ ਲਗਾ ਸਕਿਆ। ਵਿਦਿਆਰਥੀ ਪਿਛਲੇ 2 ਹਫ਼ਤਿਆਂ ਤੋਂ ਟੋਰਾਂਟੋ ਅਤੇ ਹੋਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਦੱਸ ਦਈਏ ਕਿ 2018 ਤੋਂ 2022 ਦੇ ਦਰਮਿਆਨ ਜਲੰਧਰ ਦੇ ਇੱਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਹਨਾਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਦਿੱਤੇ, ਜਿਸ ਕਾਰਨ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। 4 ਸਾਲਾਂ ਦੌਰਾਨ ਹੋਏ ਇਸ ਫਰਜ਼ੀਵਾੜੇ 'ਚ ਸਾਰੇ ਵਿਦਿਆਰਥੀ ਕੈਨੇਡਾ ਪਹੁੰਚੇ। ਦੱਸਿਆ ਜਾ ਰਿਹਾ ਕਿ ਜ਼ਿਆਦਾਤਰ ਵਿਦਿਆਰਥੀ ਟੋਰਾਂਟੋ 'ਚ ਪਹੁੰਚੇ। ਅਲਬਰਟਾ ਸਰਕਾਰ ਨੇ ਆਪਣੇ ਦੇਸ਼ ਦੇ ਕੁਝ ਸੂਬਿਆਂ ਦੀ ਤਰਜ਼ ਤੇ ਉਹ ਸ਼ਰਤਾਂ ਹਟਾ ਦਿੱਤੀਆਂ ਨੇ ਜਿਨ੍ਹਾਂ ਕਰਕੇ ਦੁਨੀਆ ਭਰ ਤੋਂ ਨਰਸਾਂ ਜਾਂ ਕੰਪਾਊਂਡਰਾਂ ਦਾ ਕੋਰਸ ਪਾਸ ਕਰਕੇ ਕੈਨੇਡਾ ਆਏ ਇਹਨਾਂ ਲੋਕਾਂ ਨੂੰ ਕੈਨੇਡਾ 'ਚ ਨੌਕਰੀ ਹਾਸਲ ਕਰਨ ਲਈ ਔਖੇ ਟੈਸਟਾਂ 'ਚੋਂ ਲੰਘ ਕੇ ਫੇਰ ਕਈ ਪੇਪਰ ਪਾਸ ਕਰਨੇ ਪੈਂਦੇ ਸੀ। ਹੁਣ ਇਹ ਸਭ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਕੋਲ ਤੇ ਖਾਸ ਕਰ ਅਲਬਰਟਾ ਦੇ ਕੋਲ ਡਾਕਟਰਾਂ ਤੇ ਨਰਸਾਂ ਦੀ ਇੰਨੀ ਘਾਟ ਹੈ ਕਿ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨੂੰ ਸੰਭਾਲਣ ਲਈ ਕੋਈ ਯੋਗ ਤਜਰਬੇਕਾਰ ਨਰਸ ਡਾਕਟਰ ਨਹੀਂ ਹੈ, ਜਿਸ ਕਰਕੇ ਲੋਕਾਂ ਦੀ ਭਾਰੀ ਮੰਗ ਨੂੰ ਲੈ ਕੇ ਫੈਸਲਾ ਲੈਣਾ ਪਿਆ, ਜਿਸ ਨੂੰ ਕਾਫੀ ਸ਼ਲਾਘਾਯੋਗ ਮੰਨਿਆ ਜਾ ਰਿਹਾ। ਜੇਕਰ ਤੁਸੀਂ ਫਲਾਈਟ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤੇ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇ ਸਕਦੇ ਹਾਂ। ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਵੀ ਹੋ ਸਕਦੀ ਹੈ। ਗੂਗਲ ਫਲਾਈਟਸ ਨੇ ਕੀਮਤ ਗਰੰਟੀ ਵਿਸ਼ੇਸ਼ਤਾ ਨੂੰ ਅਪਡੇਟ ਕੀਤਾ। ਅਸਲ ਵਿੱਚ ਇਸ ਦਾ ਮੁੱਖ ਉਦੇਸ਼ ਉਪਭੋਗਤਾਵਾਂ ਨੂੰ ਸਸਤੀਆਂ ਉਡਾਨ ਟਿਕਟਾਂ ਪ੍ਰਦਾਨ ਕਰਨਾ ਹੈ। ਹੁਣ ਤੁਸੀਂ ਸੋਚ ਰਹੇ ਹੋਗੇ ਕਿ ਇਸ ਤੋਂ ਕੀ ਫਾਇਦਾ ਹੋਣ ਵਾਲਾ ਹੈ। ਜੀ ਹਾਂ, ਇਹ ਫੀਚਰ ਕਿਵੇਂ ਕੰਮ ਕਰਦਾ ਹੈ, ਇਸ ਨਾਲ ਤੁਹਾਨੂੰ ਕਿਵੇਂ ਫਾਇਦਾ ਹੋਏਗਾ, ਇਹ ਸੋਚਣ ਵਾਲੀ ਗੱਲ ਹੈ। ਅਸਲ ਦੇ ਵਿੱਚ ਫਲਾਈਟ ਟਿਕਟ ਬੁੱਕ ਹੋਣ ਤੋਂ ਬਾਅਦ ਜੇਕਰ ਟਿਕਟ ਦੀ ਕੀਮਤ ਬਾਅਦ ਵਿੱਚ ਘਟ ਜਾਂਦੀ ਹੈ ਤਾਂ ਬਾਅਦ ਵਿੱਚ ਇਸ ਦੇ ਪੈਸੇ ਯੂਜ਼ਰਸ ਨੂੰ ਜਿਹੜੇ ਨੇ ਉਪਭੋਗਤਾ ਨੂੰ ਵਾਪਸ ਕਰ ਦਿੱਤੇ ਜਾਣਗੇ। ਵਰਤਮਾਨ ਜਿਸ ਦੀ ਵਿਸ਼ੇਸ਼ਤਾ ਪਾਇਲਟ ਪ੍ਰੋਗਰਾਮ ਦੇ ਤਹਿਤ ਅਮਰੀਕਾ 'ਚ ਉਪਲਬਧ ਹੈ। ਨਾਲ ਹੀ ਅਜਿਹੀਆਂ ਫਲਾਈਟਸ ਲਈ ਉਪਲਬਧ ਹੈ ਜਿਸ ਬਾਰੇ ਗੂਗਲ ਨੂੰ ਭਰੋਸਾ ਹੈ ਕਿ ਬਾਅਦ ਵਿੱਚ ਕੀਮਤ ਵਿੱਚ ਕਮੀ ਨਹੀਂ ਹੋਏਗੀ, यानी कंपनी ने इस बारे पहले ही खोज की होगी ते अजिहियां उड़ाणां दी कीमत भी अचानक घटण वाली नहीं है। जेकर तुसीं वेरविआं दी पालना करदे हो तां गूगल ने अपने ब्लॉग पोस्ट विच दस्सिया है कि यह विशेषता एक कीमत गारंटी प्रोग्राम है जो टिकट बुकिंग च मदद करन जा रहा। कई बार देखा जाता है कि टिकट बुक करन तो बाद इसकी कीमत घट जाती है। अजिहे कंपनी यूजर्स नूं डिस्काउंट ऑफर करती है, यानी कि टिकट की कीमत घट होने तो बाद बाकी पैसे घट हो जाएंगे। यह फीचर रोजाना रवानगी तो पहला फ्लाइट की कीमत ते नज़र रखेगा। नाल ही यूजर्स नूं गूगल पे की मदद दे नाल रिफंड मिलेगा। नाल ही ये ऑफर सिर्फ चोणवीआं उड़ाणां ते उपलब्ध होएगी। एक अखबार दे विच छपी खबर के मुताबिक इस विच रंगीन कीमत वाले बैज भी दिते जाणगे ते उड़ाणां अमेरिका तो ही रवाना होणगीआं। याद रखो कि गारंटीशुदा फ्लाइट पेशकश उदों ही लागू हुंदी है जदों टिकटां गूगल फ्लाइट्स की वरतों करके बुक कीतियां जांदियां ने। कंपनी मुताबिक किसी भी यूजर्स नूं वध तों वध $500 का रिफंड मिलेगा। यह भी लाजमी है कि कीमत विच अंतर $5 तो वध है तां ही ये रिफंड उपलब्ध होएगा। पूरे भारत दे विच कोविड-19 के मामलों च तेजी नाल वाधे के मद्देनज़र उत्तर प्रदेश सरकार ने एक उच्च तरजीह निर्देश जारी किया है, जिस दे विच संबंधित अधिकारियों नूं सारे हवाई अड्डियां दे उत्ते इंटरनैशनल पैसेंजर्स यानी कि अंतरराष्ट्रीय यात्रियों की स्क्रीनिंग यकीनी बनाउण दे लई कहा गया है। इत्थे जिक्रयोग है कि भारत दे विच कोरोना के मामले बढ़ रहे हैं, जिस कारण इंटरनैशनल एयरपोर्ट के उत्ते सख्ती होनी हुण हौली हौली शुरू हो गई है। इस तरह इमीग्रेशन के नाल जुड़ियां हुई कुछ अपडेट कुछ खबरां फिर तो हाज़र होवांगे साडा यूट्यूब चैनल पंजाब मेल USA TV उसनूं सबसक्राइब कर दिओ। वरुण कौर मान नूं दिओ आग्या जी। शुक्रिया, सत श्री अकाल।